ਜੀ ਉਪਰਿਆ। ਸੈਲ ਪੱਥਰ ਮੈਂ ਜੰਤ ਉਪਾਇ, ਤਾਕਾ ਰਿਜਕ ਆਗੇ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਧਰਿਆ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸਟ ਹਰਿਆ। ਤੂੰ ਬੇਅੰਤ ਕੋ ਵਿਰਲਾ ਜਾਣੈ, ਗੁਰ ਪ੍ਰਸਾਦ ਕੋ ਸ਼ਬਦ ਵਖਾਣੈ। ਦਰਸ਼ਨ ਮੰਗੋ ਦੇਹ ਪਿਆਰੇ, ਤੁਮਰੀ ਸੇਵਾ ਕੌਣ ਕੌਣ ਨਾ ਤਾਰੇ। ਸੋ ਕਹੁ ਟਲ ਗੁਰ ਸੇਵੀਐ, ਐਨਸ ਸਹਜ ਸੁਭਾਇ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਇ। ਹੋਵੈ ਸਿਫਤਕ ਸਮ, ਨੂਰ ਅਰਸੋਂ ਕੁਰਸੋਂ ਛਟੀ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਖਟਿਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਿਲਾਵਲ ਮਹਲਾ ਪੰਜਵਾ। ਉਦਮ ਕਰਤ ਆਨੰਦ ਭਇਆ, ਸਿਮਰਤ ਸੁਖ ਸਾਰ। ਜਪ ਜਪ ਨਾਮ ਗੋਬਿੰਦ ਕਾ, ਪੂਰਨ ਵਿਚਾਰ। ਚਰਨ ਕਮਲ ਗੁਰ ਕੇ ਜਪਤ, ਹਰ ਜਪ ਹੋ ਜੀਵਾ। ਪਾਰ ਬ੍ਰਹਮ ਆਰਾਧਤੇ, ਮੁਖ ਅੰਮ੍ਰਿਤ ਪੀਵਾ। ਉਦਮ ਕਰਤ ਆਨੰਦ ਭਇਆ, ਸਿਮਰਤ ਸੁਖ ਸਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਪਾ ਨਿਧਾਨ ਗਰੀਬ ਨਵਾਜ, ਜੁਗੋ ਜੁਗ ਅਟਲ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਕੀ ਸੰਗਤ। ਸਤਿਗੁਰੂ ਜੀਆਂ ਨੇ ਇਹ ਅੰਮ੍ਰਿਤ ਵੇਲੇ ਦਾ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ। ਗੁਰਬਾਣੀ ਸਤਿਗੁਰੂ ਜੀਆਂ ਦੀ ਸ੍ਰੀ ਆਸਾ ਦੇ ਵਾਰ ਦੇ ਕੀਰਤਨ ਆਪ ਸੰਗਤਾਂ ਨੇ ਸਰਵਣ ਕਰਕੇ ਮਿਲਿਆ ਹੋਇਆ ਸਮਾਂ, ਮਿਲੇ ਹੋਏ ਮਨੁੱਖਾ ਜਨਮ ਦੇ ਸਵਾਦ ਸਫਲੇ ਬਣਾ ਲੈ। ਆਓ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਿਲਾਵਲ ਮਹਲਾ ਪੰਜਵਾ। ਬਿਲਾਵਲ ਰਾਗ ਦਾ ਇਹ ਸ਼ਬਦ ਹੈ। ਪੰਚਮ ਗੁਰਦੇਵ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ। ਉਦਮ ਕਰਤ ਆਨੰਦ ਭਇਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਿਸ ਵੇਲੇ ਸਤ ਸੰਗਤ ਵਿੱਚ ਜਾਣ ਦਾ ਉਦਮ ਕੀਤਾ, ਜਾਂ ਜਿਸ ਵੇਲੇ ਉਦਮ ਕਰਕੇ ਸਤ ਸੰਗਤ ਵਿੱਚ ਆ ਕੇ ਬੈਠੇ, ਕਿਉਂਕਿ ਉਦਮ ਤੋਂ ਬਿਨਾ ਪ੍ਰਾਪਤੀ ਨਹੀਂ ਹੈ। ਭੋਜਨ ਛਕਣ ਵਾਸਤੇ, ਭੋਜਨ ਬਣਾਉਣ ਵਾਸਤੇ ਉਦਮ ਕਰਨਾ ਪਵੇਗਾ। ਇਸੇ ਤਰ੍ਹਾਂ ਨਾਮ ਜਪਣ ਵਾਸਤੇ ਵੀ ਉਦਮ ਕਰਨਾ ਪਵੇਗਾ। ਅੰਮ੍ਰਿਤ ਵੇਲੇ ਉੱਠਣਾ ਹੈ, ਇਸ਼ਨਾਨ ਕਰਨਾ ਹੈ, ਨਾਮ ਜਪਣਾ ਹੈ, ਇਹ ਸਭ ਕੁਝ ਉਦਮ ਦੇ ਨਾਲ ਹੀ ਹੋਵੇਗਾ।
ਪਰ ਜੇ ਉਦਮ ਨਹੀਂ ਕਰਾਂਗੇ ਤੇ ਫਿਰ ਕੁਝ ਨਹੀਂ ਹੋਵੇਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਦਮ ਕਰਤ ਆਨੰਦ ਭਇਆ। ਜਦੋਂ ਉਦਮ ਕੀਤਾ ਨਾ ਸਤ ਸੰਗਤ ਵਿੱਚ ਜਾਣ ਦਾ, ਤੇ ਸੰਗਤ ਵਿੱਚ ਜਾ ਕੇ ਬੈਠੇ ਤੇ ਬੜਾ ਹੀ ਆਨੰਦ ਪ੍ਰਾਪਤ ਹੋਇਆ ਸੰਗਤ ਵਿੱਚ ਆ ਕੇ। ਹੁਣ ਗੁਰਮੁਖੋ ਸੰਗਤ ਵਿੱਚ ਆਪਾਂ ਆਏ ਆ, ਉਦਮ ਕੀਤਾ ਹੈ, ਪਹਿਲਾਂ ਘਰ ਵਿੱਚ ਇਸ਼ਨਾਨ ਕੀਤਾ, ਕੱਪੜੇ ਪਾਏ ਨੇ, ਫਿਰ ਆਪਣਾ ਮੋਟਰ ਵਹੀਕਲ ਜੋ ਵੀ ਸਾਧਨ ਹੈ ਉਹ ਲੈ ਕੇ ਸਮੇਂ ਨੂੰ ਵੇਖਦਿਆਂ ਹੋਇਆ ਇੰਨੇ ਵਜੇ ਕਥਾ ਸ਼ੁਰੂ ਹੋਣੀ ਹੈ, ਇੰਨੇ ਵਜੇ ਕੀਰਤਨ ਸ਼ੁਰੂ ਹੋਣਾ ਹੈ, ਤੇ ਉਸ ਮੁਤਾਬਕ ਦੌੜਦੇ ਹੋਏ ਭੱਜੇ ਆਈਦਾ ਗੁਰੂ ਘਰ ਨੂੰ ਕਿ ਸੰਗਤ ਵਿੱਚ ਚਲੀਏ, ਜਾ ਕੇ ਸਰਵਣ ਕਰੀਏ। ਪਰ ਗੁਰਮੁਖੋ ਇਹ ਸਭ ਕੁਝ ਤਾਂ ਹੁੰਦਾ ਹੈ ਜੇ ਅਸੀਂ ਉਦਮ ਕਰਦੇ ਹਾਂ। ਜੇ ਉਦਮ ਨਹੀਂ ਕਰਾਂਗੇ ਤੇ ਫਿਰ ਸੰਗਤ ਕਿਵੇਂ ਪਹੁੰਚਿਆ ਜਾਏਗਾ। ਸੋ ਮਹਾਰਾਜ ਕਹਿਣ ਲੱਗੇ ਉਦਮ ਕਰਤ ਆਨੰਦ ਭਇਆ। ਜਿਨ੍ਹਾਂ ਨੇ ਉਦਮ ਕੀਤਾ ਨਾ ਸਤ ਸੰਗਤ ਵਿੱਚ ਜਾਣ ਦਾ, ਉਹਨਾਂ ਨੂੰ ਆਨੰਦ ਪ੍ਰਾਪਤ ਹੋਇਆ ਹੈ। ਸਿਮਰਤ ਸੁਖ ਸਾਰ, ਤੇ ਜਿਨ੍ਹਾਂ ਨੇ ਸੰਗਤ ਵਿੱਚ ਆ ਕੇ ਉਸ ਨੂੰ ਸਿਮਰਿਆ ਹੈ ਜਾਂ ਉਸ ਦਾ ਸਿਮਰਨ ਕਰਦੇ ਪਏ, ਗੁਰਮੁਖੋ ਪੰਜਾਬੀ ਵਿੱਚ ਆਪਾਂ ਕਹਿ ਦਈਏ ਯਾਦ ਕਰਦੇ ਪਏ, ਜਿਹੜੇ ਉਸ ਪ੍ਰਮਾਤਮਾ ਦਾ ਸਿਮਰਨ ਕਰਦੇ ਨੇ, ਸਿਮਰਨ ਕਰਦਿਆਂ ਸਾਰ ਹੀ ਉਹਨਾਂ ਨੂੰ ਸੁਖ ਹੀ ਸੁਖ ਪ੍ਰਾਪਤ ਹੋਇਆ ਹੈ। ਇੱਕ ਨਾਮ ਇਹੋ ਜਿਹਾ ਹੈ ਜਿਹੜਾ ਜਪਾਂਗੇ ਕੋਈ ਘਾਟਾ ਨਹੀਂ ਪਵੇਗਾ, ਕੋਈ ਨੁਕਸਾਨ ਨਹੀਂ ਹੋਵੇਗਾ। ਨਾਮ ਜਪਾਂਗੇ ਕੋਈ ਦੁੱਖ ਨਹੀਂ ਲੱਗੇਗਾ। ਕਿ ਨਾਮ ਇਹੋ ਜਿਹਾ, ਇਹਦੇ ਤੋਂ ਬਿਨਾ ਹੋਰ ਜਿਹੜਾ ਮਰਜ਼ੀ ਕਰਮ ਤੂੰ ਕਰ ਲੈ, ਉਹ ਨਫੇ ਦੇ ਨਾਲ ਘਾਟਾ ਵੀ ਹੋ ਸਕਦਾ ਹੈ। ਕੋਈ ਬੰਦਾ ਵਪਾਰ ਕਰਦਾ ਹੈ, ਕੋਈ ਬੰਦਾ ਨੌਕਰੀ ਕਰਦਾ ਹੈ, ਪਰ ਉਹ ਕਰਮ ਕਰਦਿਆਂ ਕੋਈ ਪਤਾ ਨਹੀਂ ਕਦੋਂ ਘਾਟਾ ਤੇ ਕਦੋਂ ਵਾਧਾ ਹੋਣਾ ਹੈ। ਪਰ ਇੱਕ ਨਾਮ ਇਹੋ ਜਿਹਾ ਇਹਦੇ ਵਿੱਚ ਘਾਟਾ ਨਹੀਂ ਹੈ। ਮਹਾਰਾਜ ਕਹਿਣ ਲੱਗੇ ਨਾਮ ਜਪਦਿਆਂ ਇੰਨਾ ਲਾਭ ਪ੍ਰਾਪਤ ਹੋਇਆ ਕਿ ਸੁਖਾਂ ਦੀ ਪ੍ਰਾਪਤੀ ਹੈ। ਪਾਰ ਬ੍ਰਹਮ ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਗੋਬਿੰਦ ਦਾ ਨਾਮ ਜਪ ਕੇ ਪੂਰਨ ਪ੍ਰਮਾਤਮਾ ਦੀ ਪ੍ਰਾਪਤੀ ਦਾ ਵਿਚਾਰ ਪੈਦਾ ਹੋਇਆ। ਕਈ ਵਾਰ ਅਸੀਂ ਬੈਠੇ ਆ ਨਾ ਆਪਣੇ ਘਰ ਵਿੱਚ, ਸਾਡੇ ਮਨ ਵਿੱਚ ਵਿਚਾਰ ਤੇ ਪੈਦਾ ਹੁੰਦੇ ਪਰ ਸੰਸਾਰੀ ਗੱਲਾਂ ਦੇ, ਸੰਸਾਰੀ ਕੰਮਾਂ ਦੇ। ਜਦੋਂ ਅਸੀਂ ਨਾਮ ਜਪਣ ਲੱਗ ਪੈਂਦੇ ਆ, ਸਾਡਾ ਫਿਰ ਉਹ ਸੰਸਾਰੀ ਗੱਲਾਂ ਵੱਲੋਂ ਵਿਚਾਰ ਬਦਲ ਕੇ ਪਰਮਾਤਮਾ ਦੇ ਵੱਲ ਵਿਚਾਰ ਬਣ ਜਾਂਦਾ ਹੈ ਕਿ ਕੱਲ ਮੈਂ ਇੰਨਾ ਨਿਤਨੇਮ ਕੀਤਾ ਸੀ, ਅੱਜ ਮੈਂ ਘੱਟ ਕੀਤਾ ਹੈ, ਕੱਲ ਨੂੰ ਮੈਂ ਹੋਰ ਵੱਧ ਕਰਾਂਗਾ। ਇਹ ਮੈਨੂੰ ਮਨੁੱਖਾ ਜਨਮ ਕਿਉਂ ਮਿਲਿਆ ਹੈ, ਇਹਨੂੰ ਮੈਂ ਸਫਲਾ ਕਿਵੇਂ ਕਰਨਾ ਹੈ। ਇਹ ਵਿਚਾਰ ਤਾਂ ਪੈਦਾ ਹੋਵੇਗੀ ਜੇ ਤੁਸੀਂ ਨਾਮ ਜਪਦੇ ਹੋਵੋਗੇ, ਬਾਣੀ ਪੜ੍ਹਦੇ ਹੋਵੋਗੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਪ ਜਪ ਨਾਮ ਗੋਬਿੰਦ ਕਾ। ਗੋਬਿੰਦ ਦਾ ਨਾਮ ਜਪਦਿਆਂ ਜਪਦਿਆਂ ਪੂਰਨ ਵਿਚਾਰ, ਪੂਰਨ ਉਸ ਦੀ ਪ੍ਰਾਪਤੀ ਦਾ ਵਿਚਾਰ ਪੈਦਾ ਹੋਇਆ ਵੀ ਉਸ ਨੂੰ ਕਿਵੇਂ ਪੈਦਾ ਕੀਤਾ ਜਾਵੇ। ਚਰਨ ਕਮਲ ਗੁਰ ਕੇ ਜਪਤ। ਸਤਿਗੁਰਾਂ ਦੇ ਜਿਹੜੇ ਚਰਨ ਨੇ ਗੁਰਮੁਖੋ ਕਮਲਾਂ ਵਰਗੇ ਨੇ, ਸੁੰਦਰ ਨੇ, ਤੇ ਜਿਹੜੇ ਐਸੇ ਸੁੰਦਰ ਚਰਨਾਂ ਦਾ ਜਾਪ ਕਰਦੇ ਹਨ, ਹਰ ਜਪ ਹੋ ਜੀਵਾ। ਤੇ ਉਹ ਗੁਰਮੁਖ ਉਸ ਹਰੀ ਨੂੰ ਜਪ ਕੇ ਫਿਰ ਇਹ ਬੇਨਤੀ ਕਰਦੇ, ਕਹਿਣ ਲੱਗੇ ਜੀ ਤੁਹਾਡੇ ਚਰਨਾਂ ਦਾ ਜਾਪ ਕਰਕੇ ਤਾਂ ਸਾਡਾ ਜੀਵਨ ਜਿਉਣਾ ਹੁੰਦਾ ਹੈ। ਅਸਲ ਵਿੱਚ ਤਾਂ ਅਸੀਂ ਜਿਉਂਦੇ ਹਾਂ ਕਿਉਂਕਿ ਅਸੀਂ ਤੁਹਾਡੇ ਚਰਨਾਂ ਨੂੰ ਜਪਦੇ ਹਾਂ। ਪਾਰ ਬ੍ਰਹਮ ਆਰਾਧਤੇ। ਉਸ ਪਰਮਾਤਮਾ ਨੂੰ ਪਾਰ ਬ੍ਰਹਮ ਤਾਂ ਕਿਹਾ ਜਾਂਦਾ ਹੈ ਕਿਉਂਕਿ ਉਹ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਹੈ। ਜਿਵੇਂ ਅਸੀਂ ਉਸ ਪਰਮਾਤਮਾ ਦੀ ਮਰਿਆਦਾ ਵਿੱਚ, ਪ੍ਰਕਿਰਤੀ ਦੇ ਨਿਯਮ ਵਿੱਚ ਹਾਂ। ਸਾਡਾ ਜਨਮ ਹੋਇਆ ਉਹ ਵੀ ਇੱਕ ਸਮਾਂ ਸੀ, ਫਿਰ ਸਾਡੇ ਤੇ ਬਚਪਨ ਆਇਆ ਉਹ ਵੀ ਇੱਕ ਸਮਾਂ ਹੈ, ਜਵਾਨੀ ਆਈ ਹੈ, ਬੁਢੇਪਾ ਆਇਆ, ਮੌਤ ਆਈ ਹੈ। ਪਰ ਇਹਦੇ ਵਿੱਚੋਂ ਅਸੀਂ ਕੋਈ ਵੀ ਚੀਜ਼ ਰੋਕ ਨਹੀਂ ਸਕਦੇ। ਅਸੀਂ ਭਾਵੇਂ ਕਿੰਨਾ ਵੀ ਯਤਨ ਕਰ ਲਈਏ ਕਿ ਮੈਂ ਜਨਮ ਨਹੀਂ ਲੈਣਾ ਹੈ, ਜਾਂ ਮਾਂ ਕਵੇ ਕਿ ਮੈਂ ਬੱਚੇ ਨੂੰ ਜਨਮ ਨਹੀਂ ਦੇਣਾ ਹੈ, ਜਿੰਨਾ ਮਰਜ਼ੀ ਯਤਨ ਕਰ ਲਵੋ, ਸਾਡੇ ਹੱਥ ਵਿੱਚ ਨਹੀਂ ਹੈ। ਉਹ ਪ੍ਰਕਿਰਤੀ ਦੇ ਨਿਯਮ ਦੇ ਵਿੱਚ ਹੈ, ਜਨਮ ਹੋਣਾ ਹੀ ਹੋਣਾ ਹੈ। ਫਿਰ ਅਸੀਂ ਸੋਚਿਆ ਕਿ ਮੈਂ ਬਚਪਨ ਵਿੱਚ ਹੀ ਰਵਾਂ, ਜਵਾਨੀ ਮੈਨੂੰ ਆਵੇ ਹੀ ਨਾ, ਮੈਂ ਖੇਡਦਾ ਹੀ ਰਵਾਂ ਸਾਰੀ ਉਮਰ। ਪਰ ਬਚਪਨ ਵੀ ਤੇ ਸਾਡੇ ਹੱਥ ਵਿੱਚ ਨਹੀਂ ਰਿਹਾ। ਹੌਲੀ ਹੌਲੀ ਬਚਪਨ ਵੀ ਹੱਥੋਂ ਨਿਕਲ ਗਿਆ, ਜਵਾਨੀ ਆ ਗਈ। ਜਵਾਨੀ ਦੇ ਵਿੱਚ ਆ ਕੇ ਸੋਚਿਆ ਵੀ ਇਹ ਜਵਾਨੀ ਹੁਣ ਕਿਤੇ ਜਾਨ ਨਹੀਂ ਦੇਣੀ ਹੈ, ਮੈਂ ਜਵਾਨ ਹੀ ਰਹਿਣਾ ਹੈ, ਜਵਾਨੀ ਫੜ ਕੇ ਰੱਖਾਂਗਾ।
ਯਤਨ ਤੇ ਬੜਾ ਕੀਤਾ ਹੈ, ਪਰ ਜਵਾਨੀ ਹੱਥ ਵਿੱਚ ਫੜੀ ਨਹੀਂ ਗਈ ਹੈ, ਨਿਕਲ ਗਈ ਹੈ। ਹੁਣ ਬੁਢੇਪਾ ਆ ਗਿਆ। ਬੁਢੇਪੇ ਦੇ ਵਿੱਚ ਬਜ਼ੁਰਗ ਹੋ ਕੇ ਜੇ ਕੋਈ ਵਿਅਕਤੀ ਇਹ ਸੋਚੇ ਵੀ ਹੁਣ ਮੈਂ ਮੌਤ ਨੂੰ ਨਹੀਂ ਪ੍ਰਾਪਤ ਹੋਣਾ, ਹੁਣ ਮੈਂ ਇਸ ਬੁਢੇਪੇ ਨੂੰ ਫੜ ਕੇ ਰੱਖਣਾ, ਨਹੀਂ, ਇਹ ਵੀ ਨਹੀਂ ਫੜਿਆ ਜਾਣਾ। ਉਹਦਾ ਕਾਰਨ ਇਹ ਹੈ ਵੀ ਅਸੀਂ ਪ੍ਰਕਿਰਤੀ ਦੇ ਇੱਕ ਨਿਯਮ ਦੇ ਵਿੱਚ ਬੱਧੇ ਹਾਂ। ਉਸ ਦੇ ਬੱਧੇ ਹੋਏ ਇਹ ਸਾਡੇ ਹੱਥ ਵਿੱਚ ਨਹੀਂ ਹੈ। ਜਨਮ ਵੀ ਆਪੇ ਹੋਇਆ, ਬਚਪਨ ਆਇਆ, ਜਵਾਨੀ ਆਈ, ਬੁਢੇਪਾ ਆਇਆ, ਮੌਤ ਆਈ। ਅਸੀਂ ਕਿਸੇ ਨੂੰ ਵੀ ਰੋਕ ਨਹੀਂ ਸਕਾਂਗੇ, ਕਿਉਂਕਿ ਇਹ ਉਹਦੀ ਪ੍ਰਕਿਰਤੀ ਦਾ ਇੱਕ ਨਿਯਮ ਹੈ, ਇਹਨੂੰ ਰੋਕਿਆ ਨਹੀਂ ਜਾ ਸਕਦਾ। ਔਰ ਇਹ ਇਕੱਲਾ ਸਾਡੇ ਤੇ ਲਾਗੂ ਨਹੀਂ ਹੈ। ਪਸ਼ੂ ਪੰਛੀ, ਦੇਵੀ ਦੇਵਤੇ, ਪੀਰ ਪੈਗੰਬਰ, ਇਹ ਸਾਰਿਆਂ ਤੇ ਇਹ ਉਹਦਾ ਹੁਕਮ ਹੈ। ਕਾਲ ਪਾਏ ਬਰਮਾ ਬਵਤਰਾ, ਕਾਲ ਪਾਏ ਸ਼ਿਵਜੂ ਅਵਤਾਰਾ। ਬਾਣੀ ਦਾ ਬਚਨ ਹੈ, ਸਮਾਂ ਪਾ ਕੇ ਆਏ, ਸਮਾਂ ਪਾ ਕੇ ਚਲੇ। ਪਰ ਇੱਕ ਪਰਮੇਸ਼ਰ ਐਸਾ ਹੈ ਜਿਸ ਨੂੰ ਕਿਹਾ ਜਾਂਦਾ ਹੈ ਪਾਰ ਬ੍ਰਹਮ, ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ। ਪ੍ਰਕਿਰਤੀ ਦਾ ਕੋਈ ਨਿਯਮ ਉੱਤੇ ਲਾਗੂ ਨਹੀਂ ਹੁੰਦਾ। ਇਹ ਪ੍ਰਕਿਰਤੀ ਪ੍ਰਮਾਤਮਾ ਨੂੰ ਪੈਦਾ ਨਹੀਂ ਕਰ ਸਕਦੀ, ਇਹ ਪ੍ਰਕਿਰਤੀ ਉਹਨੂੰ ਬਚਪਨ ਨਹੀਂ ਦੇ ਸਕਦੀ, ਪ੍ਰਕਿਰਤੀ ਉਹਨੂੰ ਜਵਾਨੀ, ਬੁਢੇਪਾ, ਮੌਤ ਨਹੀਂ ਦੇ ਸਕਦੀ, ਕਿਉਂਕਿ ਉਹ ਇਹਦੇ ਤੋਂ ਪਰੇ ਹੈ। ਪਰ ਉਹਦੇ ਤੋਂ ਬਿਨਾਂ ਸਾਰੀ ਸ੍ਰਿਸ਼ਟੀ ਪ੍ਰਕਿਰਤੀ ਦੇ ਨਿਯਮ ਦੇ ਵਿੱਚ ਹੈ। ਇਸ ਕਰਕੇ ਉਹਨੂੰ ਕਿਹਾ ਜਾਂਦਾ ਪਾਰ ਬ੍ਰਹਮ। ਇਹ ਸ਼ਬਦ ਗੁਰਬਾਣੀ ਵਿੱਚ ਕਈ ਵਾਰੀ ਆਪਾਂ ਪੜ੍ਹਦੇ ਹਾਂ, ਨਿਤਨੇਮ ਦੇ ਵਿੱਚ ਵੀ ਜਦੋਂ ਸਹਿਜ ਪਾਠ ਕਰਦੇ ਹਾਂ, ਕੀਰਤਨ ਜਾਂ ਕਥਾ ਸਰਵਣ ਕਰਦੇ ਉਦੋਂ ਇਹ ਸ਼ਬਦ ਜ਼ਰੂਰ ਆਉਂਦਾ ਵਾਰ-ਵਾਰ, ਪਾਰ ਬ੍ਰਹਮ। ਪਾਰ ਬ੍ਰਹਮ ਤੋਂ ਭਾਵ ਇਹ ਹੈ ਜਿਹੜਾ ਪ੍ਰਕਿਰਤੀ ਦੇ ਨਿਯਮ ਤੋਂ ਪਰੇ ਹੋਵੇ, ਜਿੱਥੇ ਕੋਈ ਨਿਯਮ ਲਾਗੂ ਨਾ ਹੋਵੇ, ਉਹਨੂੰ ਕਿਹਾ ਜਾਂਦਾ ਪਾਰ ਬ੍ਰਹਮ, ਪਰਮੇਸ਼ਰ। ਤੇ ਪਰਮੇਸ਼ਰ ਤੋਂ ਬਿਨਾਂ ਸਾਰੀ ਸ੍ਰਿਸ਼ਟੀ ਜਿਹੜੀ ਹੈ, ਉਹ ਪ੍ਰਕਿਰਤੀ ਜਿਹੜੀ ਹੈ ਹੁਕਮ ਦੇ ਵਿੱਚ ਹੈ, ਬਾਹਰੀ ਕੋਈ ਨਹੀਂ ਹੈ। ਮਹਾਰਾਜ ਕਹਿਣ ਲੱਗੇ ਐਸੇ ਪ੍ਰਮਾਤਮਾ ਨੂੰ ਆਰਾਧ ਕੇ, ਆਰਾਧਨਾ ਉਹਦੇ ਨਾਮ ਨੂੰ ਜਿਹੜਾ ਜਪਣਾ ਹੈ, ਉਹਦੇ ਨਾਮ ਨੂੰ ਜਪਣਾ ਹੀ ਆਪਣੇ ਮੁਖ ਤੋਂ ਉਹਦੇ ਗੁਣ ਗਾ ਕੇ ਨਾਮ ਅੰਮ੍ਰਿਤ ਨੂੰ ਪੀਣਾ ਹੈ। ਜੀ ਜੰਤ ਸਭ ਸੁਖ ਬਸੈ। ਗੁਰਮੁਖੋ, ਸਾਡੀ ਸੋਚ ਇਹ ਹੈ ਕਿ ਜਿੰਨੇ ਦੁਨੀਆ ਦੇ ਸੁੱਖ ਨੇ ਉਹ ਮੈਨੂੰ ਮਿਲਣ ਆ ਕੇ, ਜਿਹੜੇ ਦੁੱਖ ਨੇ ਉਹ ਦੂਜਿਆਂ ਦੇ ਘਰ ਵਿੱਚ ਚਲੇ ਜਾ। ਲੋਕ ਟੂਣਾ ਤਾਂ ਹੀ ਕਰਦੇ ਨਾ, ਚੁਰਸਤੇ ਦੇ ਵਿੱਚ ਕੋਈ ਨਹਾ ਕੇ ਆ ਜਾਂਦਾ, ਉਹਦਾ ਭਾਵ ਕੀ ਹੈ ਕਿ ਮੇਰਾ ਦੁੱਖ ਉਤਰ ਜਾਵੇ, ਇੱਥੇ ਰਹਿ ਜਾਵੇ, ਜਿਹੜਾ ਇੱਥੋਂ ਬਾਅਦ ਵਿੱਚ ਲੰਘੇ ਉਹਨੂੰ ਲੱਗ ਜਾਵੇ। ਜਾਂ ਕੋਈ ਬੰਦਾ ਟੂਣਾ ਕਰ ਆਉਂਦਾ, ਕੋਈ ਚੂੜੀਆਂ ਰੱਖ ਆਇਆ, ਕੋਈ ਹੋਰ ਰੁਮਾਲ ਰੱਖ ਆਇਆ, ਉਹਦਾ ਕਾਰਨ ਇਹ ਹੈ ਕਿ ਮੈਨੂੰ ਸੁੱਖ ਮਿਲ ਜਾਵੇ, ਮੇਰੀ ਬਿਮਾਰੀ ਨੂੰ ਇੱਥੋਂ ਕੋਈ ਦੂਜਾ ਲੈ ਜਾਵੇ। ਕੋਈ ਜੰਦਰਾ ਮਾਰ ਕੇ ਰੱਖ ਆਉਂਦਾ, ਕੋਈ ਦੂਜਾ ਆ ਕੇ ਜੰਦਰਾ ਖੋਲੇ, ਮੇਰੀ ਕਿਸਮਤ ਖੁੱਲ ਜਾਵੇ, ਅਗਲੇ ਦੀ ਬੰਦ ਹੋ ਜਾਵੇ। ਅਸੀਂ ਦੁਨੀਆ ਦੇ ਲੋਕ ਇਹ ਸੋਚਦੇ ਹਾਂ ਕਿ ਸੁੱਖ ਮੈਨੂੰ ਮਿਲੇ, ਮੇਰਾ ਦੁੱਖ ਕਿਸੇ ਹੋਰ ਨੂੰ ਲੱਗ ਜਾਵੇ। ਵੈਸੇ ਤੇ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੀ ਹੈ, ਉਹਦੇ ਹੁਕਮ ਤੋਂ ਬਾਹਰੀ ਕਿਸੇ ਨੂੰ ਦੁੱਖ ਲੱਗ ਨਹੀਂ ਸਕਦਾ, ਭਾਵੇਂ ਅਸੀਂ ਜਿੰਨਾ ਮਰਜ਼ੀ ਜਾ ਕੇ ਚੁਰਾਹਿਆਂ ਵਿੱਚ ਨਹਾਉਂਦੇ ਰਹੀਏ। ਪਰ ਅਸੀਂ ਯਤਨ ਤੇ ਕਰਦੇ ਹਾਂ ਨਾ ਕਿਸੇ ਦੇ ਕਹਿਣ ਤੇ, ਮੇਰਾ ਦੁੱਖ ਟਲੇ, ਦੂਜੇ ਨੂੰ ਲੱਗੇ, ਇਹ ਸਾਡਾ ਸੁਭਾਅ ਹੈ। ਪਰ ਮਹਾਰਾਜ ਕਹਿਣ ਲੱਗੇ ਜਿਹੜੇ ਸੰਤ ਨੇ ਨਾ ਰੱਬ ਦੇ ਪਿਆਰੇ, ਉਹਨਾਂ ਦਾ ਸੁਭਾਅ ਕੁਝ ਅਲੱਗਾ ਹੈ। ਜੀ ਜੰਤ ਸਭ ਸੁਖ ਬਸੇ। ਸੰਤ ਇਹ ਚਾਹੁੰਦਾ ਹੈ ਕਿ ਨਿੱਕੇ ਨਿੱਕੇ ਜੀਵ ਤੇ ਵੱਡੇ ਵੱਡੇ ਜੀਵ ਸਾਰੇ ਸੁਖੀ ਰਹਿਣ, ਕਿਸੇ ਨੂੰ ਦੁੱਖ ਰਵੇ ਹੀ ਨਾ। ਅਸੀਂ ਤੇ ਇੱਕ ਮਨੁੱਖ ਦੂਜੇ ਮਨੁੱਖ ਨੂੰ ਸੁਖੀ ਨਹੀਂ ਜਰਦਾ ਹੈ ਕਿ ਜੇ ਮੈਂ ਦੁਖੀ ਹਾਂ ਤੇ ਮੇਰਾ ਦੁੱਖ ਦੂਜੇ ਨੂੰ ਲੱਗੇ, ਉਹ ਦੁਖੀ ਹੋ ਜਾਵੇ, ਮੈਂ ਸੁਖੀ ਹੋ ਜਾਵਾਂ। ਪਰ ਜਿਹੜਾ ਰੱਬ ਦਾ ਪਿਆਰਾ, ਰੱਬ ਦੀ ਬੰਦਗੀ ਕਰਨ ਵਾਲਾ, ਉਹ ਕਹਿੰਦਾ ਪਸ਼ੂ ਪੰਛੀ ਵੀ ਦੁਖੀ ਕਿਉਂ ਰਹਿਣ, ਇਹਨਾਂ ਦਾ ਵੀ ਭਲਾ ਹੋਵੇ, ਇਹਨਾਂ ਦਾ ਵੀ ਚੰਗਾ ਹੀ ਹੋਵੇ, ਮਾੜਾ ਕੋਈ ਨਾ ਹੋਵੇ। ਜੀ ਜੰਤ ਸਭ ਸੁਖ ਬਸੇ। ਸੰਤੇ ਚਾਹੁੰਦਾ ਹੈ ਕਿ ਨਿੱਕੇ ਵੱਡੇ ਜੀਵ ਸਾਰੇ ਸੁਖੀ ਵਸਣਾ ਕਰਨ। ਇਹ ਸਾਰਿਆਂ ਸੰਤਾਂ ਦੇ ਮਨ ਦੀ ਇੱਛਾ। ਸੰਤ ਕੋਈ ਵੀ ਹੋਵੇ, ਜਿਹੜਾ ਸੰਤ ਹੈ ਨਾ, ਸਾਧੂ ਦੇ ਮਨ ਦੇ ਵਿੱਚ ਵਿਚਾਰ ਹੁੰਦਾ ਹੈ ਕਿ ਜੀਵ ਜੰਤੂ ਸਾਰੇ ਹੀ ਸੁਖੀ ਵਸਣ, ਕਿਸੇ ਨੂੰ ਕੋਈ ਦੁੱਖ ਨਾ ਮਿਲੇ। ਤੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਜਦੋਂ ਲਾਹੌਰ ਸ਼ਹਿਰ ਪਹੁੰਚੇ, ਅੰਮ੍ਰਿਤ ਵੇਲੇ ਦਾ ਸਮਾਂ, ਸਤਿਗੁਰੂ ਜੀ ਬੈਠੇ ਹੋਏ ਇਬਾਦਤ ਕਰਦੇ ਪਏ, ਬੰਦਗੀ ਕਰਦੇ ਪਏ।
ਪਰ ਪਤਾ ਲੱਗਿਆ ਉਸ ਵੇਲੇ ਲਾਹੌਰ ਦੇ ਲੋਕ ਅੰਮ੍ਰਿਤ ਵੇਲੇ ਜੀਵਾਂ ਨੂੰ, ਪਸ਼ੂਆਂ ਨੂੰ ਮਾਰ-ਮਾਰ ਕੇ ਉਹਨਾਂ ਦਾ ਮਾਸ ਵੱਢ-ਵੱਢ ਕੇ ਵੇਚਣ ਵਾਸਤੇ ਅੰਮ੍ਰਿਤ ਵੇਲੇ ਹੀ ਜੀਵ ਹੱਤਿਆ ਕਰਦੇ ਪਏ। ਸਤਿਗੁਰਾਂ ਨੂੰ ਜਿਸ ਵੇਲੇ ਪਤਾ ਲੱਗਾ, ਮਹਾਰਾਜ ਜੀਆਂ ਨੂੰ ਬੜਾ ਗੁੱਸਾ ਆਇਆ ਕਿ ਅੰਮ੍ਰਿਤ ਵੇਲਾ ਤੇ ਪ੍ਰਮਾਤਮਾ ਦੀ ਬੰਦਗੀ ਵਾਸਤੇ, ਨਾਮ ਵਾਸਤੇ, ਤੇ ਇਹ ਅੰਮ੍ਰਿਤ ਵੇਲੇ ਲੋਕ ਇਹ ਪਾਪ ਕਰਦੇ ਪਏ। ਮਹਾਰਾਜ ਸਾਹਿਬ ਜੀ ਦੇ ਮੁਖੋਂ ਬਚਨ ਨਿਕਲ ਗਿਆ, ਕਹਿਣ ਲੱਗੇ, ਲਾਹੌਰ ਸ਼ਹਿਰ ਯਹਿਰ ਕਹਿਰ ਸਵਾ ਪਹਿਰ। ਲਾਹੌਰ ਦੇ ਨਿਵਾਸੀਓ, ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਇਹਨਾਂ ਗਾਵਾਂ ਨੂੰ, ਮੱਝਾਂ ਨੂੰ, ਪਸ਼ੂ ਪੰਛੀਆਂ ਵਿਚਾਰਿਆਂ ਨੂੰ ਮਾਰਦੇ ਹੋ, ਕਤਲ ਕਰਦੇ ਹੋ। ਇਹਨਾਂ ਦਾ ਪਾਪ ਤੁਹਾਨੂੰ ਵੀ ਲੱਗੇਗਾ। ਅੱਜ ਤੋਂ ਬਾਅਦ ਅੰਮ੍ਰਿਤ ਵੇਲੇ ਤੁਹਾਡੇ ਘਰਾਂ ਵਿੱਚ ਵੀ ਝਗੜੇ, ਕਲੇਸ਼, ਮੁਸੀਬਤ, ਦੁੱਖ ਹੀ ਪੈ ਜਾਣਗੇ। ਇਹਨਾਂ ਜੀਵਾਂ ਦਾ, ਬੇਜ਼ੁਬਾਨਿਆਂ ਦਾ ਪਾਪ ਲੱਗੇਗਾ। ਤੇ ਗੁਰਮੁਖੋ ਇਸੇ ਤਰ੍ਹਾਂ ਹੀ ਹੋਇਆ। ਮਹਾਰਾਜ ਦੇ ਮੁਖੋਂ ਬਚਨ ਨਿਕਲੇ, ਲਾਹੌਰ ਦੇ ਵਿੱਚ ਅੰਮ੍ਰਿਤ ਵੇਲੇ ਕਦੇ ਕਿਸੇ ਘਰੇ ਕੋਈ ਲੜਾਈ ਹੋ ਜਾਣੀ, ਕੋਈ ਝਗੜਾ ਹੋ ਜਾਣਾ, ਕਿਸੇ ਨੂੰ ਕੋਈ ਸੱਟ ਲੱਗ ਜਾਣੀ, ਕੋਈ ਡਿੱਗ ਪੈਣਾ, ਕੋਈ ਨਾ ਕੋਈ ਮੁਸੀਬਤ ਹਰੇਕ ਘਰ ਦੇ ਵਿੱਚ ਪੈਣੀ ਸ਼ੁਰੂ ਹੋ ਗਈ। ਸਾਰਾ ਲਾਹੌਰ ਸ਼ਹਿਰ ਹੀ ਦੁਖੀ ਹੋ ਗਿਆ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਕੋਲ ਆ ਕੇ ਫਿਰ ਉਹਨਾਂ ਨੇ ਬੇਨਤੀ ਕੀਤੀ, ਸਤਿਗੁਰੂ ਬਖਸ਼ ਲਓ, ਅਸੀਂ ਇਸ ਗੁਨਾਹ ਤੋਂ ਮਾਫੀ ਮੰਗਦੇ ਹਾਂ। ਸੋ ਭਾਵ ਇਹ ਹੈ, ਜਿਹੜੇ ਸੰਤ ਨੇ ਉਹ ਸਾਰਿਆਂ ਦਾ ਹੀ ਭਲਾ ਸੋਚਦੇ, ਬੇਜ਼ੁਬਾਨੇ ਜਾਨਵਰਾਂ ਦਾ ਵੀ, ਪਸ਼ੂ ਪੰਛੀਆਂ ਦਾ ਵੀ। ਸਾਰੇ ਸੰਤਾਂ ਦਾ ਵਿਚਾਰ ਇਹ ਹੈ। ਸੰਤ ਜਿਹੜੇ ਨੇ ਹਮੇਸ਼ਾ ਪਰਉਪਕਾਰ ਹੀ ਚਿਤਵਦੇ ਨੇ, ਪਰਉਪਕਾਰ ਹੀ ਕਰਨਾ ਚਾਹੁੰਦੇ। ਜੇ ਕੋਈ ਪਸ਼ੂ ਹੈ ਤੇ ਉਹਦੇ ਤੇ, ਪੰਛੀ ਹੈ ਤੇ ਉਹਦੇ ਤੇ, ਜੇ ਕੋਈ ਮਨੁੱਖ ਆ ਗਿਆ ਹੈ, ਮਨੁੱਖ ਦਾ ਵੀ ਉਹ ਭਲਾ ਚਾਹੁੰਦੇ ਹਨ। ਅਤੇ ਇਸੇ ਤਰ੍ਹਾਂ ਜਿਹੜੇ ਸੰਤ ਨੇ, ਉਹਨਾਂ ਦਾ ਨੀਚਤਾਈ ਵਾਲਾ ਕੋਈ ਕਰਮ ਨਹੀਂ ਹੈ। ਨੀਚਤਾਈ ਵਾਲਾ, ਨੀਵਾਂ ਕਰਮ ਕੋਈ ਕਰਮ ਨਹੀਂ ਕਰਦੇ ਹਨ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਿੱਥੇ ਸੰਤ ਰੱਬ ਦੇ ਪਿਆਰੇ, ਸੋ ਜਿਸ ਜਗ੍ਹਾ ਦੇ ਉੱਪਰ ਨਾਮ ਜਪਿਆ ਜਾਂਦਾ ਹੈ, ਜਿਸ ਜਗ੍ਹਾ ਦੇ ਉੱਪਰ ਸਤ ਸੰਗਤ ਹੁੰਦੀ ਹੈ, ਇਹ ਜਗ੍ਹਾ ਧਨਤਾ ਯੋਗ ਹੈ। ਜਿੱਥੇ ਆਪਾਂ ਬੈਠੇ ਆ ਨਾ, ਗੁਰਮੁਖੋਂ ਬੈਠ ਕੇ ਨਾਮ ਜਪਦੇ ਪਏ, ਇਹ ਜਗ੍ਹਾ ਜਿਹੜੀ ਹੈ ਇਹ ਧਨਤਾ ਯੋਗ ਹੈ। ਧਨ ਸੋ ਥਾਨ, ਇਹ ਧਰਤੀ ਭਾਗਾਂ ਵਾਲੀ ਹੈ ਜਿੱਥੇ ਨਾਮ ਜਪਿਆ ਜਾਂਦਾ ਹੈ। ਬਸੰਤ ਧਨ, ਜਿੱਥੇ ਸੰਤ ਬਸਦੇ ਨੇ, ਸੰਤ ਰਹਿੰਦੇ ਨੇ, ਉਹ ਵੀ ਭਾਈ ਜਗ੍ਹਾ ਜਿੱਥੇ ਸੰਤ ਵਸਦੇ ਨੇ, ਉਹ ਵੀ ਜਗ੍ਹਾ ਧਨਤਾ ਯੋਗ ਹੈ। ਜਿੱਥੇ ਨਾਮ ਜਪਿਆ ਜਾਂਦਾ ਹੈ, ਬੰਦਗੀ ਕੀਤੀ ਜਾਂਦੀ ਹੈ, ਉਹ ਬੰਦਗੀ ਵਾਲੀ ਜਗ੍ਹਾ, ਉਹ ਬੰਦਗੀ ਕਰਨ ਵਾਲੇ ਸਾਧੂ ਜਿਹੜੇ ਧਨਤਾ ਯੋਗ ਹਨ। ਕਥਾ ਕੀਰਤਨ ਹਰ ਅਤ ਘਣਾ। ਗੁਰਮੁਖੋ, ਇਹ ਜਿਹੜੀ ਕਥਾ ਹੈ, ਕਥਾ ਤੋਂ ਭਾਵ ਇਹ ਹੁੰਦਾ ਸਰੂਪ ਦੀ ਵਿਚਾਰ ਕਰਨੀ। ਪਰਮਾਤਮਾ ਦਾ ਜਿਹੜਾ ਸਰੂਪ ਹੈ, ਉਹਦੇ ਗੁਣਾਂ ਦੀ ਵਿਚਾਰ ਕਰਨੀ, ਉਹਦੇ ਗੁਣਾਂ ਦਾ ਕਥਨ ਕਰਨਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਕਥਾ ਹਰ ਅਤ ਘਣਾ। ਜਿਹੜੇ ਕਥਾ ਦੇ ਵਿੱਚ ਹਰੀ ਪ੍ਰਮਾਤਮਾ ਦੀ ਸਿਫਤ ਕਰਦੇ, ਅਤ ਘਣਾ, ਬਹੁਤਾ ਆਨੰਦ ਪ੍ਰਾਪਤ ਕਰਦੇ ਸਿਫਤ ਕਰਕੇ। ਦੂਜਾ ਵਚਨ ਮਹਾਰਾਜ ਜੀ ਦਾ ਕੀਰਤਨ, ਇਹ ਜਿਹੜਾ ਕੀਰਤਨ ਹੈ, ਕੀਰਤਨ ਤੋਂ ਭਾਵ ਹੁੰਦਾ ਪਰਮਾਤਮਾ ਦੀ ਵਡਿਆਈ। ਕੀਰਤਨ ਦਾ ਅਖਰੀ ਅਰਥ ਜਿਹੜਾ ਵਿਦਵਾਨ ਇਹ ਕਰਦੇ ਨੇ ਕਿ ਰਤਨ, ਜਿਹਦੇ ਸਾਹਮਣੇ ਰਤਨ ਵੀ ਕੁਝ ਨਾ ਹੋਵੇ, ਉਹਨੂੰ ਕਿਹਾ ਜਾਂਦਾ ਹੈ ਕੀਰਤਨ। ਰਤਨ ਦੁਨੀਆ ਦਾ ਇੱਕ ਮਹਿੰਗਾ ਪਦਾਰਥ ਹੈ, ਇੱਕ ਮਹਿੰਗੀ ਵਸਤੂ ਹੈ, ਜਾਂ ਕਹਿ ਲਈਏ ਕਿ ਮਹਿੰਗਾ ਗਹਿਣਾ ਹੈ, ਜਿਹਦਾ ਕੋਈ ਮੁੱਲ ਨਹੀਂ ਪਾ ਸਕਦਾ ਹੈ। ਪਰ ਮਹਾਰਾਜ ਕਹਿਣ ਲੱਗੇ, ਬਚਨ ਇਹ ਹੈ ਗੁਰਮੁਖਾ, ਕਿ ਜਿਸ ਪਰਮਾਤਮਾ ਦੇ ਸਿਫਤ ਦੇ ਸਾਹਮਣੇ ਰਤਨ ਵੀ ਕੁਝ ਨਹੀਂ ਹੈ, ਉਸ ਨੂੰ ਕੀਰਤਨ ਕਿਹਾ ਜਾਂਦਾ ਹੈ। ਕਿ ਰਤਨ, ਜਿਹਦੇ ਅੱਗੇ ਰਤਨ ਕੁਝ ਨਾ ਹੋਵੇ, ਸੋ ਐਸਾ ਹੈ ਕੀਰਤਨ। ਮਹਾਰਾਜ ਕਹਿਣ ਲੱਗੇ, ਭਾਈ ਕੀਰਤਨ ਹਰ ਅਤ ਘਣਾ। ਇਹ ਜਿਹੜਾ ਪ੍ਰਮਾਤਮਾ ਦਾ, ਹਰੀ ਦਾ ਕੀਰਤਨ ਹੈ, ਅਤ ਘਣਾ ਕਹੀਏ, ਬਹੁਤਾ ਸੁਖ ਦੇਣ ਵਾਲਾ ਹੈ। ਇਹ ਜਿਹੜੀ ਬਹੁਤੀ ਕਥਾ ਕਰਨੀ ਹੈ, ਬਹੁਤਾ ਕੀਰਤਨ ਕਰਨਾ ਹੈ, ਔਰ ਸੰਗਤ ਵਿੱਚ ਬੈਠ ਕੇ ਸਰਵਣ ਕਰਨਾ ਹੈ, ਇਹ ਸੁਖ ਦੇਣ ਵਾਲਾ ਹੈ। ਉਹਨਾਂ ਗੁਰਮੁਖਾਂ ਦਾ ਫਿਰ ਸੁਖਾਂ ਦੇ ਵਿੱਚ ਵਿਸਰਾਮ ਹੁੰਦਾ ਹੈ। ਉਹ ਫਿਰ ਸਤ ਸੰਗਤ ਵਿੱਚ ਵਿਸਰਾਮ ਪ੍ਰਾਪਤ ਕਰਕੇ ਸਹਿਜੇ ਆਤਮਿਕ ਸੁਖ ਪਾਉਂਦੇ ਹਨ। ਮਨ ਤੇ ਕਦੇ ਨਾ ਵਿਸਰੈ, ਅਨਾਥ ਕੋ ਨਾਥ। ਬੇਨਤੀ ਕਰਿਆ ਕਰ, ਐ ਅਨਾਥ ਜਿਹੜੇ ਯਤੀਮ ਹਨ, ਉਹਨਾਂ ਯਤੀਮਾਂ ਦੇ ਐ ਮਾਲਕ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ, ਕਿਰਪਾ ਕਰੋ,
ਮੇਰੇ ਮਨ ਤੋਂ ਕਦੇ ਤੁਹਾਡਾ ਨਾਮ ਨਾ ਵਿਸਰੇ, ਮੇਰੇ ਮਨ ਦੇ ਵਿੱਚ ਤੁਹਾਡਾ ਨਾਮ ਹਰ ਵੇਲੇ ਚੇਤੇ ਰਵੇ। ਆਪ ਜੀ ਅਨਾਥਾਂ ਦੇ ਨਾਥ ਹੋ, ਮੇਰੇ ਤੇ ਕਿਰਪਾ ਕਰੋ। ਨਾਨਕ ਪ੍ਰਭ ਸਰਣਾਗਤੀ ਜਾਂ ਕੈ ਸਭ ਕਿਛ ਹਾਥ। ਸਤਿਗੁਰੂ ਕਹਿਣ ਲੱਗੇ ਉਸ ਪ੍ਰਮਾਤਮਾ ਦੇ ਸਭ ਕੁਝ ਹੱਥ ਵਿੱਚ ਹੈ, ਉਹਦੀ ਸ਼ਰਨ ਨੂੰ ਗ੍ਰਹਿਣ ਕਰਨਾ ਕਰ। ਬਿਲਾਵਲ ਮਹੱਲਾ ਪੰਜਵਾਂ ਜਿਨ ਤੂੰ ਬੰਦ ਕਰ ਛੋੜਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਜੋ ਪ੍ਰਮਾਤਮਾ ਹੈ ਉਹਨੇ ਤੈਨੂੰ ਬੰਨਿਆ ਸੀ। ਜਦੋਂ ਸਾਡਾ ਜਨਮ ਨਹੀਂ ਸੀ ਹੋਇਆ, ਸਰੀਰ ਬਣਿਆ, 9 ਮਹੀਨੇ ਮਾਤਾ ਦੇ ਗਰਭ ਦੇ ਵਿੱਚ ਰਹਿ, ਸਤਿਗੁਰੂ ਕਹਿਣ ਲੱਗੇ ਮਾਤਾ ਦੇ ਗਰਭ ਦੇ ਵਿੱਚ ਉਸ ਪ੍ਰਮਾਤਮਾ ਨੇ ਤੈਨੂੰ ਬੰਨ੍ਹ ਕੇ ਰੱਖਿਆ ਹੈ ਅਤੇ ਫਿਰ ਛੋੜਿਆ, ਫਿਰ ਤੈਨੂੰ ਛੱਡ ਕੇ ਜਨਮ ਦਿੱਤਾ, ਇਸ ਦੁਨੀਆ ਵਿੱਚ ਤੈਨੂੰ ਲੈ ਕੇ ਆਇਆ। ਪਹਿਲਾਂ ਉਹਨੇ ਬੰਨਿਆ ਹੈ, ਤੂੰ ਹਿੱਲ ਨਹੀਂ ਸਕਦਾ ਆਪਣੀ ਮਰਜ਼ੀ ਨਾਲ, ਤੂੰ ਇੱਕ ਜਗ੍ਹਾ ਤੇ ਟਿਕਿਆ ਹੋਇਆ, ਤੈਨੂੰ ਬੰਨ੍ਹ ਕੇ ਉਸਨੇ ਬਿਠਾ ਛੱਡਿਆ ਹੈ ਅਤੇ ਫਿਰ ਤੈਨੂੰ ਜਨਮ ਦੇ ਕੇ ਬਾਹਰ ਉਸਨੇ ਛੱਡਿਆ ਹੈ। ਪਾਤਸ਼ਾਹ ਕਹਿਣ ਲੱਗੇ ਜਿਨ ਤੂੰ ਬੰਦ ਕਰ ਛੋੜਿਆ, ਜਿਨੇ ਤੈਨੂੰ ਪਹਿਲਾਂ ਬੱਧਾ ਸੀ ਪ੍ਰਮਾਤਮਾ ਨੇ, ਫਿਰ ਤੈਨੂੰ ਛੱਡਿਆ ਹੈ। ਸੁਖ ਮਹਿ ਪਾਇਆ ਤੇ ਗੁਰਮੁਖਾ ਇੱਥੇ ਹੀ ਬਸ ਨਹੀਂ, ਫਿਰ ਤੈਨੂੰ ਦੁਨੀਆ ਦਾ ਸੁੱਖ ਦਿੱਤਾ ਪ੍ਰਮਾਤਮਾ ਨੇ। ਮਾਂ ਤੈਨੂੰ ਚੁੱਕ ਕੇ ਤੁਰੀ ਫਿਰਦੀ ਹੈ, ਕਦੇ ਦੁੱਧ ਪਿਲਾਉਂਦੀ ਹੈ, ਕਦੇ ਕੱਪੜੇ ਪਵਾਉਂਦੀ ਹੈ, ਕਦੇ ਤੇਰਾ ਇਸ਼ਨਾਨ ਕਰਾਉਂਦੀ ਹੈ ਅਤੇ ਕਦੇ ਤੈਨੂੰ ਤਰ੍ਹਾਂ ਤਰ੍ਹਾਂ ਦੇ ਭੋਜਨ ਬਣਾ ਕੇ ਮਾਂ ਖਵਾਉਂਦੀ। ਕਿੰਨੇ ਸੁੱਖ ਮਿਲੇ ਬਚਪਨ ਦੇ ਵਿੱਚ ਮਾਂ ਬਾਪ ਦੇ ਕੋਲ। ਫਿਰ ਜਵਾਨੀ ਆ ਗਈ ਹੈ, ਫਿਰ ਜਵਾਨੀ ਦੇ ਵੱਖਰੇ ਸੁੱਖ ਉਸ ਪ੍ਰਮਾਤਮਾ ਨੇ ਦਿੱਤੇ। ਉਹਨੇ ਪਹਿਲਾਂ ਤੈਨੂੰ ਬੱਧਾ ਸੀਗਾ ਮਾਤਾ ਦੇ ਗਰਭ ਦੇ ਵਿੱਚ, ਫਿਰ ਤੈਨੂੰ ਛੱਡਿਆ, ਜਨਮ ਦਿੱਤਾ। ਜਨਮ ਤੋਂ ਬਾਅਦ ਵਿੱਚ ਤੈਨੂੰ ਉਸਨੇ ਦੁਨੀਆ ਦੇ ਸਾਰੇ ਸੁੱਖ ਦਿੱਤੇ, ਬਖਸ਼ਿਸ਼ਾਂ ਕੀਤੀਆਂ, ਪੁੰਨ ਸੁਖ ਮੈਂ ਪਾਇਆ, ਫਿਰ ਉਸਨੇ ਤੈਨੂੰ ਸਾਰੇ ਸੁੱਖਾਂ ਵਿੱਚ ਪਾ ਦਿੱਤਾ ਹੈ। ਸਿਮਰ ਚਰਨਾਰ ਬਿੰਦ। ਪਰ ਗੁਰਮੁਖਾ ਕਦੇ ਤੂੰ ਉਸ ਨੂੰ ਸਿਮਰਿਆ ਨਹੀਂ ਹੈ, ਕਦੇ ਉਸ ਨੂੰ ਯਾਦ ਨਹੀਂ ਕੀਤਾ ਵੀ ਪ੍ਰਮਾਤਮਾ ਧੰਨਵਾਦ, ਤੂੰ ਮਾਂ ਦੇ ਰੂਪ ਦੇ ਵਿੱਚ ਆ ਕੇ ਮੈਨੂੰ ਸੁੱਖ ਦਿੱਤੇ, ਮੈਨੂੰ ਸੋਹਣੇ ਸੋਹਣੇ ਕੱਪੜੇ ਪਵਾਏ, ਸੋਹਣੇ ਸੋਹਣੇ ਭੋਜਨ ਛਕਾਏ, ਮਾਂ ਦੇ ਰੂਪ ਦੇ ਵਿੱਚ ਤੂੰ ਆ ਕੇ ਜਵਾਨੀ ਦੇ ਵਿੱਚ ਆ ਕੇ ਮੈਨੂੰ ਕਈ ਸੁੱਖ ਦਿੱਤੇ। ਪ੍ਰਮਾਤਮਾ ਤੇਰਾ ਧੰਨਵਾਦ, ਕਦੇ ਤੂੰ ਉਹਦਾ ਸ਼ੁਕਰ ਕੀਤਾ ਹੀ ਨਹੀਂ ਹੈ। ਅਸਲ ਦੇ ਵਿੱਚ ਚਾਹੀਦਾ ਸੀ ਸਦਾ ਸਿਮਰ ਚਰਨਾਰ ਬਿੰਦ, ਜਿਹਦੇ ਸੁੰਦਰ ਚਰਨਾਂ ਵਰਗੇ ਕਮਲ ਹਨ, ਕਮਲਾਂ ਵਰਗੇ ਸੁੰਦਰ ਜਿਹਦੇ ਚਰਨ ਹਨ। ਪਾਤਸ਼ਾਹ ਕਹਿਣ ਲੱਗੇ ਉਹਨੂੰ ਉਹਦਾ ਸਿਮਰਨ ਕਰਨਾ ਚਾਹੀਦਾ, ਪਰ ਤੂੰ ਕੀਤਾ ਨਹੀਂ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਜਿਹੜੀ ਮਾਇਆ ਦੀ ਤ੍ਰਿਸ਼ਨਾ ਰੂਪੀ ਹੁਤਾਇਆ ਤੋਂ ਭਾਵ ਹੁੰਦਾ ਹੁਤਾਸਨ। ਹੁਤਾਸਨ ਕਹਿੰਦੇ ਅੱਗ ਨੂੰ। ਮਹਾਰਾਜ ਕਹਿਣ ਲੱਗੇ ਇਹ ਜਿਹੜੀ ਮਾਇਆ ਦੀ ਤ੍ਰਿਸ਼ਨਾ ਰੂਪੀ ਅੱਗ ਹੈ, ਇਸ ਅੱਗ ਦੇ ਵਿੱਚ ਹੁਤਾਇਆ ਕਹੀਏ ਤੂੰ ਜਲਦਾ ਪਿਆ ਸੀਗਾ, ਤੂੰ ਇਹ ਤ੍ਰਿਸ਼ਨਾ ਦੇ ਵਿੱਚ ਸੜਦਾ ਪਿਆ ਸੀ। ਸਤਿਗੁਰਾਂ ਨੇ ਕੀ ਕੀਤਾ ਹੈ ਕਿ ਤੈਨੂੰ ਸੀਤਲ ਕਰ ਦਿੱਤਾ, ਤੈਨੂੰ ਸ਼ਾਂਤ ਕਰ ਦਿੱਤਾ। ਮਾਇਆ ਦੀ ਤ੍ਰਿਸ਼ਨਾ ਰੂਪੀ ਅੱਗ ਤੋਂ ਜਿਹਦੇ ਵਿੱਚ ਤੂੰ ਸੜਦਾ ਪਿਆ ਸੀ, ਉਹ ਤ੍ਰਿਸ਼ਨਾ ਦੀ ਅੱਗ ਬੁਝਾ ਕੇ ਤੈਨੂੰ ਉਸਨੇ ਸੀਤਲ ਸ਼ਾਂਤ ਕਰ ਦਿੱਤਾ ਹੈ। ਅਥਵਾ ਮੋਇਆ ਕਿਛ ਕਾਮ ਨਾ ਆਵੇ। ਸਤਿਗੁਰੂ ਕਹਿਣ ਲੱਗੇ ਬਚਨ ਇਹ ਹੈ, ਅੱਜ ਗੁਰਮੁਖੋ ਭਜਨ ਪੱਲੇ ਬੰਨਣ ਵਾਲਾ ਸਤਿਗੁਰੂ ਜੀਆਂ ਦਾ ਭਾਵੇਂ ਤੁਸੀਂ ਆਪਣੀ ਜ਼ਿੰਦਗੀ ਵਿੱਚ ਨਿਚੋੜ ਕਰਕੇ ਵੇਖ ਲਿਓ ਕਦੇ। ਮਹਾਰਾਜ ਕਹਿਣ ਲੱਗੇ ਜਿੰਨੇ ਵੀ ਪਦਾਰਥ ਨੇ ਇਹ ਨਾ ਜਿਉਂਦਿਆਂ ਕੰਮ ਆਉਂਦੇ ਨਾ ਮਰਿਆਂ ਕੰਮ ਆਉਂਦੇ। ਤੁਸੀਂ ਦੁਨੀਆ ਦਾ ਜਿੰਨਾ ਮਰਜ਼ੀ ਧਨ ਜੋੜ ਕੇ ਵੇਖ ਲਵੋ, ਮਾਇਆ ਜਾਂ ਖਾਣ ਵਾਲੇ ਜਾਂ ਪਾਉਣ ਵਾਲੇ ਜਿਹੜੀਆਂ ਵਸਤੂਆਂ ਨੇ ਜਿੰਨੀਆਂ ਮਰਜ਼ੀ ਇਕੱਠੀਆਂ ਕਰਕੇ ਵੇਖ ਲਓ। ਮਹਾਰਾਜ ਕਹਿਣ ਲੱਗੇ ਜੀਵਤਿਆਂ ਅਥਵਾ ਮੋਇਆ, ਭਾਵੇਂ ਤੂੰ ਜ਼ਿੰਦਗੀ ਵਿੱਚ ਜਿਉਂਦਾ ਪਿਆ ਤੇ ਭਾਵੇਂ ਤੂੰ ਇਸੇ ਤਰ੍ਹਾਂ ਕਹਿ ਲਈਏ ਮੌਤ ਨੂੰ ਪ੍ਰਾਪਤ ਹੋ ਚੱਲਿਆ ਹੈ, ਪਾਤਸ਼ਾਹ ਕਹਿਣ ਲੱਗੇ ਕਿਛ ਕਾਮ ਨਾ ਆਵੇ। ਇਹ ਜਿਹੜੇ ਪਦਾਰਥ ਨੇ ਇਹ ਕੰਮ ਨਹੀਂ ਆਉਂਦੇ। ਜਿਉਂਦਿਆਂ ਵੀ ਛੱਡ ਜਾਂਦੇ ਬੰਦੇ, ਮਰਿਆਂ ਵੀ ਛੱਡ ਜਾਂਦੇ। ਜਿਉਂਦਿਆਂ ਵੀ ਨਹੀਂ ਕੰਮ ਆਏ, ਮਰਿਆਂ ਵੀ ਨਹੀਂ ਆਏ। ਆਪਾਂ ਇਤਿਹਾਸ ਵਿੱਚ ਇੱਕ ਬਚਨ ਸਰਵਣ ਕਰਦੇ ਹਨ ਕਿ ਜਿਸ ਵੇਲੇ ਡੋਗਰਿਆਂ ਨੇ ਕੰਵਰ ਨੌ ਨਿਹਾਲ ਨੂੰ ਕੈਦ ਕਰ ਲਿਆ ਮਹਿਲਾਂ ਦੇ ਵਿੱਚ, ਐਸੀਆਂ ਸਾਖੀਆਂ ਤੇ ਕਈ ਨੇ, ਕਈ ਰਾਜਿਆਂ ਦੀ ਕੈਦ ਕਰ ਲਿਆ ਕਿ ਤੈਨੂੰ ਮਾਰ ਦੇਣਾ ਹੈ। ਤੇ ਕੰਵਰ ਨੌ ਨਿਹਾਲ ਨੇ ਉਸ ਵੇਲੇ ਆਖਿਆ ਮੇਰਾ ਰਾਜ ਲੈ ਲਓ, ਹੀਰੇ ਲੈ ਲਓ, ਸੋਨਾ ਚਾਂਦੀ ਜੋ ਚਾਹੀਦਾ ਲੈ ਲਓ, ਸਾਰੇ ਖਜ਼ਾਨੇ ਮੇਰੇ ਲੈ ਲਓ, ਹਾਥੀ ਲੈ ਲਓ, ਘੋੜੇ ਲੈ ਲਓ, ਮੇਰੀਆਂ ਪੁਸ਼ਾਕਾਂ, ਮੇਰੇ ਸ਼ਾਸਤਰ ਲੈ ਲਓ, ਇੱਥੋਂ ਤੱਕ ਕਿ ਮੇਰਾ ਰਾਜ ਭਾਗ ਵੀ ਲੈ ਲਓ, ਮੈਂ ਰਾਜ ਭਾਗ ਦੇ ਦਿੰਦਾ ਤੁਹਾਨੂੰ, ਲੈ ਲਓ ਮੇਰੇ ਕੋਲੋਂ ਰਾਜ ਭਾਗ।
ਰਾਜ ਭਾਗ ਵੀ ਲੈ ਲਓ, ਸੋਨਾ ਚਾਂਦੀ ਹੀਰੇ ਮੋਤੀ ਹਾਥੀ ਘੋੜੇ ਸਭ ਕੁਝ ਲੈ ਲਓ, ਪਰ ਕੀ ਕਰੋ, ਮੈਨੂੰ ਛੱਡ ਦਿਓ, ਮੈਨੂੰ ਮਾਰੋ। ਆਪਣੀ ਜ਼ਿੰਦਗੀ ਦੇ ਬਦਲੇ ਸਭ ਕੁਝ ਦਿੰਦਾ ਪਿਆ, ਪਰ ਨਹੀਂ, ਉਹ ਹੀਰੇ, ਉਹ ਮੋਤੀ, ਉਹ ਸੋਨਾ, ਉਹ ਚਾਂਦੀ, ਉਹ ਹਾਥੀ, ਉਹ ਘੋੜੇ, ਉਹ ਦੇਸ਼ ਜਿਸ ਦਾ ਉਹ ਰਾਜਾ ਹੈ, ਜ਼ਿੰਦਗੀ ਬਚਾਉਣ ਵਾਸਤੇ ਕੋਈ ਕੰਮ ਨਹੀਂ ਆਇਆ, ਸਿਰ ਵਿੱਚ ਪੱਥਰ ਮਾਰ ਕੇ ਮਾਰ ਦਿੱਤਾ। ਇਹ ਇੱਕ ਰਾਜੇ ਦੀ ਘਟਨਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਬਚਨ ਇਹ ਹੈ, ਜੀਵਤਿਆਂ ਅਥਵਾ ਮੋਇਆ ਕਿਛ ਕਾਮ ਨਾ ਆਵੇ। ਅਸੀਂ ਜੋੜਦੇ ਪਦਾਰਥ ਜ਼ਰੂਰ ਹਾਂ, ਵੀ ਇੰਨਾ ਪਦਾਰਥ ਜੋੜ ਲਈਏ ਕੱਲ ਨੂੰ ਮੇਰੇ ਕੰਮ ਆਵੇਗਾ। ਅਸੀਂ ਤੇ ਕੁਝ ਗਿਣਤੀ ਦੇ ਹਿਸਾਬ ਨਾਲ ਹੀ ਜੋੜ ਸਕਦੇ ਹਾਂ, ਰਾਜਿਆਂ ਨੇ ਤੇ ਬੜਾ ਕੁਝ ਜੋੜਿਆ ਹੈ, ਕੰਮ ਤੇ ਰਾਜਿਆਂ ਦੇ ਨਹੀਂ ਆਇਆ, ਤੇ ਸਾਡੇ ਕਿੱਥੋਂ ਆਵੇਗਾ। ਅਸੀਂ ਧਨ ਕਮਾ ਕੇ ਜੋੜਦੇ ਜ਼ਰੂਰ ਹਾਂ, ਜੋੜ ਲਈਏ, ਆਪਣੇ ਆਪ ਤੇ ਵੀ ਨਹੀਂ ਕਈ ਵਾਰੀ ਵਰਤੀਦਾ, ਵੀ ਨਹੀਂ ਚਲੋ ਸਰਦਾ ਹੀ ਪਿਆ, ਕੀ ਵਰਤਣਾ ਹੈ, ਕੀ ਕੁਝ ਲੈਣਾ ਹੈ, ਰਹਿਣ ਦਿੰਦੇ ਹਾਂ। ਉਹ ਜੋੜਿਆ ਜਿਹੜਾ ਆ ਉਸੇ ਤਰ੍ਹਾਂ ਹੀ ਰਹਿ ਗਿਆ, ਵਰਤਿਆ ਹੀ ਨਹੀਂ ਗਿਆ, ਹੁਕਮ ਹੀ ਨਹੀਂ ਹੋਇਆ ਹੈ। ਮਹਾਰਾਜ ਕਹਿਣ ਲੱਗੇ, ਜੀਵਤਿਆਂ ਅਥਵਾ ਮੋਇਆ, ਇਹ ਦੁਨੀਆ ਦੀ ਮਾਇਆ, ਦੁਨੀਆ ਦੇ ਪਦਾਰਥ ਨਾ ਜਿਉਂਦਿਆਂ ਸਾਥ ਜਾਂਦੇ, ਨਾ ਮਰਿਆਂ ਨਾਲ ਰਹਿੰਦੇ। ਨਾ ਜਿਉਂਦਿਆਂ ਇਹਨਾਂ ਨੇ ਕੋਈ ਦਿੱਤਾ, ਨਾ ਮਰਨ ਤੋਂ ਮਗਰੋਂ ਇਹਨਾਂ ਤੋਂ ਕੁਝ ਮਿਲਣਾ ਹੈ। ਕਿਛ ਕਾਮ ਨਾ ਆਵੇ, ਇਹ ਕੁਝ ਵੀ ਕੰਮ ਨਹੀਂ ਆਉਂਦਾ ਹੈ। ਜਿਸ ਪ੍ਰਮਾਤਮਾ ਨੇ ਦੁਨੀਆ ਨੂੰ ਰਚਿਆ ਬਣਾਇਆ ਹੈ, ਉਹਦੇ ਨਾਲ ਤੇ ਗੁਰਮੁਖੋ ਪ੍ਰੇਮ ਕੋਈ ਵਿਰਲਾ ਹੀ ਲਾਉਂਦਾ ਹੈ। ਆਪਾਂ ਭਾਵੇਂ ਕਥਾ ਸਾਰੇ ਸੁਣਦੇ ਆ, ਕੀਰਤਨ ਵੀ ਸੁਣਦੇ ਆ, ਜਾਂ ਕਈ ਸਾਲਾਂ ਤੋਂ ਕਥਾ ਕੀਰਤਨ ਸੁਣਦੇ ਆ ਰਹੇ ਹਾਂ, ਪਰ ਅਸਲ ਦੇ ਵਿੱਚ ਉਹਦੇ ਨਾਲ ਪ੍ਰੇਮ ਕਿਸੇ ਵਿਰਲੇ ਦਾ ਲੱਗਾ। ਇਹਦਾ ਮਤਲਬ ਇਹ ਨਹੀਂ ਵੀ ਜਿੰਨੇ ਸੰਗਤ ਵਿੱਚ ਆਏ ਸਾਰਿਆਂ ਦਾ ਪ੍ਰੇਮ ਲੱਗ ਗਿਆ, ਸਾਰੇ ਹੀ ਬਾਣੀ ਪੜ੍ਹਨ ਲੱਗ ਪਏ, ਸਾਰੇ ਹੀ ਗੁਰੂ ਵਾਲੇ ਬਣ ਗਏ, ਨਹੀਂ, ਸਾਰੇ ਨਹੀਂ ਬਣੇ। ਕੋਈ ਵਿਰਲਾ ਹੈ ਜਿਹਨੂੰ ਇਹ ਰੰਗ ਲੱਗਦਾ ਹੈ, ਸਾਰਿਆਂ ਨੂੰ ਨਹੀਂ ਲੱਗਦਾ ਹੈ। ਮਹਾਰਾਜ ਕਹਿਣ ਲੱਗੇ, ਕੋਊ ਤੇਸਿਓ ਰੰਗ ਲਾਵੇ, ਕੋਊ ਵਿਰਲਾ, ਕੋਈ ਵਿਰਲਾ ਹੈ ਜਿਹੜਾ ਉਹਦੇ ਨਾਲ ਪ੍ਰੇਮ ਦੇ ਵਿੱਚ ਪੈਂਦਾ ਹੈ। ਰੇ ਪ੍ਰਾਣੀ ਕੁਸਨ ਸੀਤ ਕਰਤਾ, ਕਰੈ ਕਾਮ ਤੇ ਕਾਢੇ। ਸਤਿਗੁਰੂ ਕਹਿਣ ਲੱਗੇ, ਹੈ ਪ੍ਰਾਣੀ, ਉਹ ਪ੍ਰਮਾਤਮਾ ਉਸਨ ਕਹੀਏ, ਗਰਮੀ ਉਹਨੇ ਪੈਦਾ ਕੀਤੀ ਹੈ, ਗਰਮੀ ਨਹੀਂ ਉਹ ਪੈਦਾ ਕਰਨ ਵਾਲਾ ਹੈ। ਜਦੋਂ ਉਹਦਾ ਜੀ ਕਰਦਾ ਉਹ ਗਰਮੀ ਕਰ ਦਿੰਦਾ, ਜਦੋਂ ਉਹਦਾ ਜੀ ਕਰੇ ਸੀਤ ਨਾਮ ਠੰਡ ਦਾ ਹੈ, ਉਹ ਠੰਡ ਵੀ ਪੈਦਾ ਕਰ ਦਿੰਦਾ ਹੈ। ਤੇ ਜਦੋਂ ਉਹਦਾ ਮਨ ਕਰੇ ਘਾਮ ਤੇ ਕੱਢ ਹੈ, ਤਪਸ਼ ਹੋ ਜਾਂਦੀ ਹੈ ਨਾ, ਆਪਾਂ ਤੇ ਬੜੀ ਤਪਸ਼ ਹੈ, ਤੇ ਪ੍ਰਮਾਤਮਾ 2 ਦਿਨ ਮੀਂਹ ਪਾ ਦਿੰਦਾ ਹੈ, ਫਿਰ ਠੰਡੀ ਹਵਾ ਚਲਾ ਦਿੰਦਾ, ਤਪਸ਼ ਤੋਂ ਛੁਟਕਾਰਾ ਮਿਲ ਜਾਂਦਾ। ਸਤਿਗੁਰੂ ਕਹਿਣ ਲੱਗੇ, ਪ੍ਰਾਣੀ, ਇਹ ਸਭ ਕੁਝ ਉਹਦੇ ਹੱਥ ਵਿੱਚ, ਜਦੋਂ ਚਾਹੇ ਉਹ ਗਰਮੀ ਪਾਉਂਦਾ, ਜਦੋਂ ਚਾਹੇ ਉਹ ਠੰਡ ਪਾਉਂਦਾ ਹੈ, ਜਦੋਂ ਚਾਹੇ ਉਹ ਤਪਸ਼ ਤੋਂ ਬਚਣ ਵਾਸਤੇ ਬਾਰਿਸ਼ ਪਾ ਕੇ ਠੰਡ ਕਰ ਦਿੰਦਾ ਹੈ, ਫਿਰ ਬਖਸ਼ਦੇ ਹਨ। ਪ੍ਰਾਣੀ ਉਸਨ ਸੀਤ ਕਰਤਾ ਕਰੇ, ਕਾਮ ਤੇ ਕਾਢੇ। ਸਤਿਗੁਰੂ ਕਹਿਣ ਲੱਗੇ, ਹੈ ਪ੍ਰਾਣੀ, ਉਸਣ ਤੋਂ ਭਾਵ ਲੈ ਲੈਣਾ ਗੁਰਮੁਖੋ, ਦੁੱਖ, ਦੁੱਖ ਪੈਦਾ ਕਰਨ ਵਾਲਾ ਵੀ ਪ੍ਰਮਾਤਮਾ ਹੈ। ਜਦੋਂ ਚਾਹਵੇ ਦੁੱਖ ਲਾ ਵੀ ਸਕਦਾ, ਦੁੱਖ ਦੇ ਵੀ ਸਕਦਾ ਹੈ। हे ਪ੍ਰਾਣੀ, ਪ੍ਰਮਾਤਮਾ ਦੁੱਖ ਪੈਦਾ ਕਰਨ ਵਾਲਾ ਹੈ। ਸੀਤ ਨਾਮ ਗੁਰਮੁਖੋ ਸੁਖ ਦਾ ਹੈ। ਜੇ ਪ੍ਰਮਾਤਮਾ ਚਾਹਵੇ ਤੇ ਸੁਖ ਵੀ ਪੈਦਾ ਕਰ ਦਿੰਦਾ ਹੈ, ਜੇ ਉਹ ਚਾਹਵੇ ਦੁੱਖ ਚੋਂ ਕੱਢ ਕੇ ਸੁਖ ਦੇ ਦਿੰਦਾ ਹੈ, ਤੇ ਜੇ ਉਹ ਚਾਹਵੇ ਤੇ ਕਈ ਵਾਰੀ ਸੁੱਖਾਂ ਚੋਂ ਕੱਢ ਕੇ ਦੁੱਖ ਵਿੱਚ ਵੀ ਉਹ ਪਾ ਦਿੰਦਾ ਹੈ। ਉਹ ਐਸਾ ਸਮਰੱਥ ਹੈ। ਘਾਮ ਤੇ ਕੱਢ ਹੈ, ਤੇ ਜੇ ਕੋਈ ਬੰਦਾ ਪਹਿਲਾਂ ਦੁੱਖਾਂ ਵਿੱਚ ਪਿਆ, ਮੁਸੀਬਤਾਂ ਵਿੱਚ ਪਿਆ ਹੋਇਆ, ਉਹਨਾਂ ਨੂੰ ਫਿਰ ਉਹ ਦੁੱਖਾਂ ਵਿੱਚੋਂ ਕੱਢ ਵੀ ਲੈਂਦਾ ਹੈ। ਐਸੀ ਉਸ ਦੀ ਆਪਣੀ ਸਮਰੱਥਾ ਹੈ। ਉਹ ਪ੍ਰਮਾਤਮਾ ਕੀੜੀ ਤੋਂ ਹਾਥੀ ਬਣਾ ਸਕਦਾ, ਇੰਨੀ ਉਹਦੀ ਸਮਰੱਥਾ ਹੈ। ਕੀੜੀ ਨਿੱਕੀ ਜੀ ਹੈ ਨਾ, ਹਾਥੀ ਵੱਡਾ ਸਾਰਾ। ਉਹ ਪ੍ਰਮਾਤਮਾ ਕੀੜੀ ਤੋਂ ਹਾਥੀ ਬਣਾ ਸਕਦਾ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ, ਜਿਹੜੇ ਕੀੜੀ ਦੇ ਵਾਂਗ ਬਿਲਕੁਲ ਕਮਜ਼ੋਰ ਨੇ, ਗਰੀਬ ਨੇ, ਪ੍ਰਮਾਤਮਾ ਚਾਹਵੇ ਉਹਨਾਂ ਨੂੰ ਹਾਥੀ ਦੇ ਵਾਂਗ ਵੱਡਾ ਬਣਾ ਸਕਦਾ, ਕਮਜ਼ੋਰਾਂ ਨੂੰ ਤਾਕਤਵਰ ਕਰ ਦਿੰਦਾ ਹੈ, ਤੇ ਜਿਹੜੇ ਕੰਗਾਲ ਨੇ, ਮੰਗਤੇ ਨੇ, ਉਹਨਾਂ ਨੂੰ ਰਾਜੇ ਬਣਾ ਦਿੰਦਾ। ਕੀੜੀ ਤੇ ਹਸਤੀ ਕਰੈ, ਇਹ ਉਹਦੇ ਵਿੱਚ ਸਮਰੱਥਾ ਹੈ ਕਿ ਕੀੜੀਆਂ ਨੂੰ ਹਾਥੀ, ਗਰੀਬਾਂ ਨੂੰ ਰਾਜੇ, ਮਾੜਿਆਂ ਨੂੰ ਬਲ ਵਾਲੇ ਉਹ ਪ੍ਰਮਾਤਮਾ ਬਣਾ ਸਕਦਾ ਹੈ। ਜਿਹੜੇ ਟੁੱਟੇ ਹੋਏ ਨੇ, ਚਾਹਵੇ ਤੇ ਉਹ ਝਾਟੀ ਗੰਢ ਵੀ ਲੈਂਦਾ। ਆਪਾਂ ਕਈ ਵਾਰੀ ਵੇਖਦੇ ਆ, ਆਪਣੇ ਗਲੀ ਮਹੱਲੇ ਦੇ ਵਿੱਚ ਕੋਈ ਵਿਅਕਤੀ ਇਹੋ ਜਿਹਾ ਹੁੰਦਾ, ਉਹ ਨਹੀਂ ਗੁਰੂ ਨੂੰ ਮੰਨਦਾ, ਉਹ ਕਿਸੇ ਦੀ ਗੱਲ ਨਹੀਂ ਮੰਨਦਾ, ਉਹ ਨਸ਼ਾ ਪੱਤਾ ਵੀ ਵਰਤਦਾ,
ਉਹਦੇ ਕੰਮ ਵੀ ਬੜੇ ਮਾੜੇ ਹੁੰਦੇ, ਪਰ ਕਦੇ ਵੇਖੀਦਾ ਉਹੀ ਬੰਦਾ ਬੜਾ ਸੁਧਰ ਜਾਂਦਾ ਹੈ, ਉਹ ਗੁਰੂ ਵਾਲਾ ਬਣ ਜਾਂਦਾ, ਉਹ ਸਿੱਖ ਬਣ ਜਾਂਦਾ, ਉਹ ਬਾਣੀ ਪੜਨ ਵਾਲਾ, ਉਹ ਭਲੇ ਕਰਮ ਕਰਨ ਵਾਲਾ ਬਣ ਜਾਂਦਾ ਹੈ। ਇਹ ਪ੍ਰਮਾਤਮਾ ਦੀ ਮੌਜ ਹੈ। ਉਹ ਚਾਹੇ ਤੇ ਝਾਟੀ ਟੁੱਟਿਆਂ ਨੂੰ ਗੰਢ ਲੈਂਦਾ ਹੈ, ਐਸੀਆਂ ਦਾਤਾਂ ਬਖਸ਼ਿਸ਼ ਕਰਦਾ ਹੈ। ਗੁਰਮੁਖੋ ਆਪਣੇ ਵੀ ਇਸ ਸਥਾਨ ਤੇ 4 ਤਰੀਕ ਨੂੰ ਅੰਮ੍ਰਿਤ ਸੰਚਾਰ ਹੋ ਰਿਹਾ ਹੈ। ਆਪ ਸੰਗਤਾਂ ਜਿੰਨੀਆਂ ਵੀ ਕਥਾ ਸੁਣਦੇ ਹੋ, ਕਥਾ ਸੁਣਨ ਦਾ, ਕੀਰਤਨ ਸੁਣਨ ਦਾ, ਗੁਰੂ ਘਰੇ ਆਉਣ ਦਾ ਲਾਭ ਇਹੀ ਹੈ, ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ। ਇਹੀ ਲਾਹੋ ਮਨੁੱਖਾ ਜਨਮ ਦਾ ਲਾਭ ਹੀ ਹੈ ਵੀ ਗੁਰੂ ਵਾਲੇ ਬਣ ਜਾਈਏ। ਤੇ ਕੋਈ ਐਸਾ ਆਪਾਂ ਬਹਾਨਾ ਨਾ ਲਾਈਏ ਕਿ ਬਹਾਨਾ ਲਾ ਕੇ ਆਖੀਏ ਨਹੀਂ ਮੈਂ ਤੇ ਅਗਲੇ ਸਾਲ ਛਕਾਂਗਾ, ਮੈਂ ਅਜੇ ਨਹੀਂ ਛਕ ਸਕਦਾ। ਇਹ ਬਹਾਨਾ ਹੈ, ਪਤਾ ਨਹੀਂ ਜ਼ਿੰਦਗੀ ਵਿੱਚ ਅਗਲਾ ਸਾਲ ਪ੍ਰਾਪਤ ਹੋਵੇਗਾ ਕਿ ਨਹੀਂ। ਇਸ ਕਰਕੇ 4 ਤਰੀਕ ਨੂੰ ਆਪਣੇ ਇਸ ਸਥਾਨ ਤੇ ਅੰਮ੍ਰਿਤ ਸੰਚਾਰ ਹੋ ਰਿਹਾ ਹੈ। ਆਪ ਸੰਗਤਾਂ ਮਨ ਬਣਾਓ, ਆਪਣੇ ਨਾਂ ਲਿਖਾਉਣ ਦੀ ਕਿਰਪਾਲਤਾ ਕਰੋ। ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ, ਆਪ ਸੰਗਤਾਂ ਨੂੰ ਕਕਾਰ ਵੀ ਦਿੱਤੇ ਜਾਣਗੇ, ਇਹ ਸਾਰੀਆਂ ਸੇਵਾ ਕੀਤੀਆਂ ਜਾਣਗੀਆਂ। ਇਸ ਤਰ੍ਹਾਂ ਮਹਾਰਾਜ ਕਿਰਪਾ ਕਰਦੇ ਹਨ। ਅੰਡਜ ਜੇਰਜ ਸੇਤਜ ਉਤਪੁਜਾ ਪ੍ਰਭ ਕੀ ਇਹ ਕਿਰਤ। ਅੰਡੇ ਤੋਂ ਭਾਵ ਜਿਹੜੇ ਆਂਡਿਆਂ ਤੋਂ ਪੈਦਾ ਹੋਣ ਵਾਲੇ ਜੀਵ ਨੇ, ਪਰਮਾਤਮਾ ਉਹਨਾਂ ਨੂੰ ਪੈਦਾ ਕਰਦਾ ਹੈ। ਜੇਰਜ ਜਿਹੜੇ ਜੇਰ ਤੋਂ ਪੈਦਾ ਹੁੰਦੇ, ਜਿਵੇਂ ਮੱਝਾਂ ਗਾਵਾਂ ਨੇ ਸਾਰੀਆਂ ਜੇਰ ਤੋਂ ਪੈਦਾ ਹੁੰਦੀਆਂ, ਇਹਨਾਂ ਨੂੰ ਪੈਦਾ ਕਰਨ ਵਾਲਾ ਉਹ ਆਪ ਹੈ। ਸੇਤਜ ਨਾਮ ਪਸੀਨੇ ਦਾ, ਮੁੜਕੇ ਦਾ ਹੈ। ਜਿਹੜੇ ਮੁੜਕੇ ਤੋਂ, ਪਸੀਨੇ ਤੋਂ ਚਮ ਜੂਆਂ ਵਗੈਰਾ ਪੈਦਾ ਹੁੰਦੀਆਂ, ਇਹਨਾਂ ਨੂੰ ਵੀ ਉਹ ਪੈਦਾ ਕਰਦਾ। ਉਤਪੋਈ ਤੋਂ ਭਾਵ ਹੈ ਜਿਹੜਾ ਧਰਤੀ ਦਾ ਸੀਨਾ ਪਾੜ ਕੇ ਬਨਸਪਤੀ, ਰੁੱਖ ਪੌਦੇ ਵਗੈਰਾ ਪੈਦਾ ਹੁੰਦੇ, ਇਹਨਾਂ ਨੂੰ ਵੀ ਉਹ ਪੈਦਾ ਕਰਦਾ। ਪ੍ਰਭ ਕੀ ਇਹ ਕਿਰਤ, ਇਹ ਸਾਰੀ ਪ੍ਰਮਾਤਮਾ ਦੀ ਪੈਦਾ ਕੀਤੀ ਹੋਈ ਇਹ ਸਾਰੀ ਦੁਨੀਆ ਹੈ। ਇਸ ਤਰੀਕੇ ਦੇ ਨਾਲ ਉਹ ਪ੍ਰਮਾਤਮਾ ਸਾਰਿਆਂ ਨੂੰ ਪੈਦਾ ਕਰਦਾ ਹੈ ਅਤੇ ਫਿਰ ਸਾਰਿਆਂ ਨੂੰ ਉਹਨੇ ਕਿਰਤ ਕਮਾਉਣ ਵਾਸਤੇ ਤੁਧ ਸੰਸਾਰ ਉਪਾਇਆ, ਸਿਰੈ ਸਿਰ ਧੰਦਾ ਲਾਇਆ। ਫਿਰ ਸਾਰਿਆਂ ਨੂੰ ਧੰਦੇ ਕੰਮ ਵਿੱਚ ਲਾ ਕੇ ਇਹ ਸਾਰੇ ਜਿਹੜੇ ਜੀਵ ਨੇ ਫਿਰ ਕਿਰਤ ਨੂੰ ਕਮਾਉਂਦੇ ਤੇ ਸਰਬ ਫਲ ਰਾਵੀਐ, ਫਿਰ ਸਾਰੇ ਫਲਾਂ ਨੂੰ ਪਾਉਂਦੇ ਹਨ। ਅਤੇ ਉਹ ਜਿਹੜਾ ਪ੍ਰਮਾਤਮਾ ਹੈ ਉਹਦੇ ਨਾਮ ਨੂੰ ਜਪੀਏ ਭਾਈ। ਜਿਹੜਾ ਪ੍ਰਮਾਤਮਾ ਸਾਰਿਆਂ ਨੂੰ ਫਲ ਦੇਣ ਵਾਲਾ ਹੈ। ਬੇਨਤੀ ਕਰ ਸਤਿਗੁਰੂ ਮੇਰੇ ਕੋਲੋਂ ਕੁਝ ਨਹੀਂ ਹੁੰਦਾ ਹੈ, ਮੈਂ ਤੇ ਆਪ ਦੇ ਸਾਧੂਆਂ ਦੀ ਸ਼ਰਨ ਵਿੱਚ ਹਾਂ। ਮਗਨ ਕੂਪ ਅੰਧ ਤੇ ਨਾਨਕ ਗੁਰ ਕਾਢ। ਗੁਰੂ ਪਾਤਸ਼ਾਹ ਕਹਿਣ ਲੱਗੇ ਜੋ ਗੁਰ ਵੱਡਾ ਹੈ, ਵੱਡਾ ਕੌਣ ਹੈ? ਪਰਮਾਤਮਾ। ਜੋ ਵੱਡਾ ਹੈ ਨਾ ਪਰਮਾਤਮਾ, ਉਹਦੇ ਅੱਗੇ ਬੇਨਤੀ ਕਰੀਏ ਸਤਿਗੁਰੂ ਮੋਹ ਮਗਨ, ਮੈਂ ਤੇ ਮੋਹ ਦੀ ਮਸਤੀ ਵਿੱਚ ਮਗਨ ਹਾਂ। ਹਰ ਵੇਲੇ ਮੋਹ ਵਿੱਚ ਮਸਤ ਰਹਿੰਦਾ, ਪਰਿਵਾਰ ਦੇ ਮੋਹ ਦੇ ਵਿੱਚ ਇਹ ਮੈਨੂੰ ਮਸਤੀ ਚੜੀ ਰਹਿੰਦੀ ਹੈ। ਦੂਜਾ ਬਚਨ ਇਹ ਹੈ ਕੂਪ ਅੰਧ ਤੇ, ਇਹ ਜਿਹੜਾ ਸੰਸਾਰ ਰੂਪੀ ਅੰਨਾ ਖੂਹ ਹੈ, ਮੈਂ ਇਹਦੇ ਵਿੱਚ ਫਸਿਆ ਹੋਇਆ, ਮੋਹ ਦੀ ਮਸਤੀ ਵਿੱਚ ਪੈ ਕੇ ਇਹ ਸੰਸਾਰ ਦੇ ਅੰਨੇ ਖੂਹ ਦੇ ਵਿੱਚ ਮੈਂ ਡਿੱਗਿਆ ਹੋਇਆ। ਨਾਨਕ ਗੁਰ ਕਾਢ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਹੈ ਗੁਰ ਵੱਡੇ ਪਰਮਾਤਮਾ ਮੈਨੂੰ ਕੱਢ ਲੈ ਇਸ ਮੋਹ ਦੀ ਮਸਤੀ ਵਿੱਚੋਂ, ਸੰਸਾਰ ਦੇ ਖੂਹ ਵਿੱਚੋਂ, ਕਿਰਪਾ ਕਰਕੇ ਮੈਨੂੰ ਕੱਢ ਲੈਣਾ ਕਰ, ਇਹ ਮੇਰੇ ਤੇ ਰਹਿਮਤ ਕਰੋ। ਭੁੱਲਾਂ ਚੁੱਕਾਂ ਦੀ ਮੁਆਫੀ ਦਿਓ ਸੱਜਣ ਅਸੀਂ ਸੜੀਆਂ, ਜੋ ਵੈ ਸਾਹਿਬ ਸਿਓ ਮੇਲ। ਹਮ ਤੇ ਕਛੁ ਨ ਹੋਵਨਾ ਸਰਣ ਪ੍ਰਭ ਸਾਧ, ਮੋਹ ਮਗਨ ਕੂਪ ਅੰਧ ਤੇ ਨਾਨਕ ਗੁਰ ਕਾਢ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ 4 ਤਰੀਕ ਨੂੰ ਅੰਮ੍ਰਿਤ ਸੰਚਾਰ ਹੋ ਰਿਹਾ ਹੈ ਆਪਣੇ ਗੁਰਦੁਆਰਾ ਸਾਹਿਬ ਵਿਖੇ। ਸੰਗਤਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਅੰਮ੍ਰਿਤ ਪਾਨ ਕਰੋ, ਆਪਣੇ ਆਪਣੇ ਨਾਂ ਲਿਖਾਉਣ ਦੀ ਕਿਰਪਾਲਤਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।